ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸਨ ਸੋਏ। ਵਾਹਿਗੁਰੂ ਜੀ ਕਰੇ ਦ੍ਰਿਸ਼ਟ ਦੇਖੀ ਦਿਸ ਚਾਰਾ। ਜਹ ਤਹ ਜਲ ਹੈ ਅਪਰ ਅਪਾਰਾ। ਕਹਿ ਮੈਂ ਹੂੰ ਕਹਿ ਜਲ ਹੈ ਦੂਜੋ। ਔਰ ਨ ਕਹਿ ਤਲ ਦੇਸਤ ਤੀਜੋ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨ ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸੰਨ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੇ ਦ੍ਰਿਸ਼ਟ ਦੇਖੇ ਦਿਸ ਚਾਰਾ। ਜਹ ਤਹ ਜਲ ਹੈ ਅਪਰ ਅਪਾਰਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਿੰਟ ਗੁਮਰੇ ਤੋਂ ਏਮਨਾਬਾਦ ਨੂੰ ਜਾ ਰਹੇ ਨੇ। ਰਸਤੇ ਦੇ ਵਿੱਚ ਕੁਝ ਸਾਧੂ ਮਿਲੇ ਨੇ ਔਰ ਉਹ ਸਾਧੂ ਜਿਨ੍ਹਾਂ ਦਾ ਪਹਿਰਾਵਾ ਵੀ ਜੋਗੀਆਂ ਵਾਲਾ ਹੈ, ਵੈਸ਼ਨਵ ਮਤ ਨੂੰ ਮੰਨਣ ਵਾਲੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਈ ਨਮਸਕਾਰ ਕੀਤੇ ਔਰ ਨਮਸਕਾਰ ਕਰਕੇ ਕਹਿੰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਬਾਰੇ ਕੁਛ ਦੱਸੋ। ਉਹਦਾ ਕੋਈ ਰੂਪ, ਕੋਈ ਰੰਗ, ਕੋਈ ਚੱਕਰ, ਕੋਈ ਚਿੰਨ੍ਹ ਉਹਦੇ ਬਾਰੇ ਦੱਸੋ ਕਿ ਪਰਮਾਤਮਾ ਕੈਸਾ ਹੈ, ਕਿੱਡਾ ਕੁ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਔਰ ਉਹਨਾਂ ਦੇ ਮਤ ਦੇ ਮੁਤਾਬਕ ਹੀ ਦੱਸ ਰਹੇ ਨੇ ਕਿ ਤੁਹਾਡੇ ਮਤ ਦੇ ਮੁਤਾਬਕ ਬ੍ਰਹਮਾ ਜੀ ਇਹ ਮੰਨਿਆ ਜਾਂਦਾ ਕਿ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ। ਸਤਿਗੁਰੂ ਜੀ ਕਹਿੰਦੇ ਉਸ ਰੱਬ ਦਾ ਅੰਤ ਤੇ ਉਸ ਬ੍ਰਹਮਾ ਨੇ ਨਹੀਂ ਪਾਇਆ। ਉਸ ਬ੍ਰਹਮਾ ਜੀ ਨੂੰ ਇਹ ਇੱਕ ਅੰਦਰ ਚਾਹ ਪੈਦਾ ਹੋਇਆ ਸੀ ਕਿ ਰੱਬ ਦਾ ਅੰਤ ਪਾਵਾਂ, ਰੱਬ ਦੇ ਬਾਰੇ ਜਾਣਾ। ਔਰ ਜਦੋਂ ਪੂਰਾ ਉਹਨੇ ਜਾਣ ਲਿਆ ਆਪਣੇ ਵੱਲੋਂ ਤੇ ਵੇਖਿਆ ਕਿ ਇਹ ਚਾਰੇ ਪਾਸੇ ਕੇਵਲ ਪਾਣੀ ਪਾਣੀ ਹੈ। ਜਾਂ ਪਾਣੀ ਹੈ ਜਾਂ ਬ੍ਰਹਮਾ ਜੀ ਸੋਚਦੇ ਨੇ ਮੈਂ। ਤੀਸਰਾ ਉੱਥੇ ਕੋਈ ਨਜ਼ਰ ਹੀ ਨਹੀਂ ਆਇਆ। ਔਰ ਰੱਬ ਦੀ ਬੰਦਗੀ ਕਰਦੇ ਆ। ਕਈ ਵਾਰੀ ਬੰਦਾ ਇਵੇਂ ਦੀਆਂ ਥਾਵਾਂ 'ਤੇ ਆ ਕੇ ਫਿਰ ਅੜਕਦਾ ਹੈ ਕਿ ਸ਼ਾਇਦ ਇਸ ਤੋਂ ਅੱਗੇ ਕੁਝ ਨਹੀਂ। ਫਿਰ ਤੇਰੀ ਸਮਝ ਇੱਥੋਂ ਤੱਕ ਹੋ ਸਕਦੀ, ਪਰ ਇਸ ਤੋਂ ਅੱਗੇ ਹੋਰ ਬੜਾ ਕੁਛ ਹੈ। ਉੱਥੇ ਬ੍ਰਹਮਾ ਜੀ ਨੂੰ ਹੰਕਾਰ ਹੋ ਗਿਆ। ਗੁਰੂ ਸਾਹਿਬ ਜੀ ਸੁਣਾ ਰਹੇ ਨੇ ਉਹਨਾਂ ਨੂੰ ਕਿ ਕਹਿ ਮੈਂ ਹੂੰ ਕਹਿ ਜਲ ਹੈ ਦੂਜੋ। ਔਰ ਨ ਕਹਿ ਥਲ ਦੇਸਤ ਤੀਜੋ। ਕਿ ਬ੍ਰਹਮਾ ਜੀ ਇਹ ਵਿਚਾਰਨ ਲੱਗੇ ਜਾਂ ਤੇ ਮੈਂ ਹਾਂ ਜਾਂ ਪਾਣੀ ਹੈ। ਤੀਜਾ ਤਾਂ ਕੋਈ ਨਜ਼ਰ ਆਉਂਦਾ ਹੀ ਨਹੀਂ, ਤਾਂ ਮਤਲਬ ਤੀਜਾ ਕੋਈ ਹੈ ਹੀ ਨਹੀਂ। ਉਪਜਿਓ ਗਰਭ ਨਾ ਮੋਹ ਬਿਨਿਆਨਾ। ਮੈਂ ਕਹੇ ਉਸਤਤ ਕਰੋ ਬਖਾਨਾ। ਕਹਿੰਦੇ ਬ੍ਰਹਮਾ ਜੀ ਦੇ ਅੰਦਰ ਇਹ ਹੰਕਾਰ ਪੈਦਾ ਹੋ ਗਿਆ ਕਿ ਮੈਂ ਕਹਿੰਦੇ ਉਸਤਤ ਕਰਦਾ ਪੈਂਦਾ
किंदे गुणां नूं गाउंदा फिर, मेरे तो बिना होर तो कोई है ही नहीं। करन करावण मैं करतारा, अपर न है को सिरजनहारा। तो ये अहंकार ब्रह्मा जी नूं हो गया कि करन ते कराउण वाला मैं ही हाँ, करतार मैं ही हाँ, करन वाला भी मैं ते कराउण वाला भी मैं। अपर न है को सिरजनहारा, होर कोई सिरजनहारा नहीं। जे होवत तो दिसत मोही, लख्यो ना को याते नह होही। जे कोई दूजा हुंदा तीजा, पानी तो बिना होर कोई तीजा हुंदा तो मैनूं जरूर दिसदा। इहदा मतलब होर कोई है ही नहीं, होर कोई नहीं बनाउण वाला। इस बिद हृदय गर्भ जब भयो, मैं हूँ अपर न करता पियो। तो सतगुरु जी कहते हैं जो ब्रह्मा जी नूं इस तरह का हंकार हो गया कि सब कुछ मैं ही हाँ, मेरे तो बिना होर कोई नहीं। तब गंभीर धुन सो मधुर बानी भई आकाश। कहते ये हंकार दियां विचारां ब्रह्मा जी के अंदर चलदियां सन, ते बड़ी गंभीर आवाज़ एक आकाश बनी हुई। क्यों गर्भत ब्रह्मा हृदय, मैं हूँ करत प्रकाश। कहते आवाज़ आई कि ब्रह्मा जी क्यों हंकार करता है, मैं हाँ, तेरे तो बिना मैं हाँ, जिन्ने तेनों पैदा किया मैं हाँ। जिस ते होयो जन्म तुम्हारा, तेह को खोजो आए बिचारा। सतगुरु कहते जिंदे तो ब्रह्मा जी तेरा जन्म होया है, ये आकाशवाणी हुई कि उनकी खोज कर, तां तेरी समझ में कुछ पैगी कि मेरे तो बिना होर भी कोई है। सुन कर ब्रह्म में बचन उचारा, पढ़े पात सब स्थल निहारा। ये आकाशवाणी सुन के ब्रह्मा जी ने फिर उच्ची आवाज़ में कहा कि मैं तो चंगी तरह भली भांत चारे पासे अपनी निगाह दे नाल अपने अंतर ध्यान हो के वेख लिया है। कै मैं हूँ कै जल है इहाँ, अपर न पिखियो पेख बहु रहा। कि जा मैं है जा पानी, इनके तो बिना तीसरा तो कोई मैनू दिसे ही नहीं, मतलब तीसरा कोई है ही नहीं। जे करती जो है एह थाई, सो मोह को अब देहो बताई। पर ब्रह्मा जी को आवाज़ सुन के वो समझ नहीं आई, कोई तीजा है तो आवाज़ आई। कहते मैनू तीजा कोई है ही नहीं, नज़र ही नहीं आया। जो कोई है तो मैनू विखा दे, घट्टो घट्ट मैनू दसे तो सही, पता तो लगे किहड़ा रब है। तब आकाशवाणी ने कहा, जिस पार बैठ परम सुख लहा। कहते आकाशवाणी फिर हुई कि ब्रह्मा जी आज जिंदे उत्ते बड़े आराम नाल चौंकड़ा मार के बैठा है। सो अपने तो आद पछाण, इसको खोज गर्भ गुण ठाण। ये जिंदे उत्ते बैठा है, ये पानी नहीं, ये कमल का फुल है। बस एक कमल के फुल तो तेरा जन्म होया है, तू पहलों घट्टो घट्ट कमल के इस फुल नूं ते खोज लै, तो फिर हंकार करी कि मैं अपना जिथों जन्म होया मैनूं पता लग गया कि जन्म कित्थों होया, फिर तो हंकार कर भी ली। रब बारे बाद च खोजी, पहलों अपनी खोज करके तेरा जन्म कित्थों होया। देख कमल पेत गिरा उचारी, यह तो छोटो मोहे अगारी। हुण कहते ब्रह्मा जी ने आवाज़ सुनी, तो आवाज़ सुन के उच्ची आवाज़ में जवाब देता है। ब्रह्मा जी कहते हैं कमल का फुल ये तो छोटा जिहा है, मेरा शरीर एडा वड्डा तो कमल का फुल इनका आकार किड्डा कोई, एडा वड्डा शरीर इहदे विचों पैदा हो सकता है। पिखों विसाल अपनी देही, असमंजस पुण आए न कही। कहते ब्रह्मा जी कहते मैं वेख रहा मेरे देही मेरा शरीर बड़ा वड्डा है, ये गल तो संदेह वाली है, असमंजस वाली है।
समझ ਵਿੱਚ नहीं आती, कहते तो जन्म मेरा किवें हो सकता है। अल्प वस्तु कस जने विसाला, नभ मह बोले बहुर अकाला। ब्रह्मा जी कहते ने इन्नी छोटी चीज़ तो मेरे एडे वड्डे शरीर नूं एडे वड्डे आकार नूं किवें पैदा कर सकती। कहते उस आकाशवाणी तो फिर आवाज़ आई, आकाशवाणी फिर हुई। जब भल भांत खोज ना ठानो, अल्प विसाल तबे पहचानो। कहते आकाशवाणी हुई कि ब्रह्मा जी चंगी तरह खोजन का यतन तो कर, फिर पता लग जाएगा कि छोटा कौन तो वड्डा कौन। आ जेडे वड्डियां वड्डियां चीज़ां दसदियां ने ना, जिड्डी मर्जी वड्डी चीज़ है, आखिर बनी तो छोटिया छोटिया चीज़ां तो। आवाज़ आई कि ब्रह्मा जी खोज तो सही, फिर पता लगेगा कि कमल का फुल वड्डा कि तू वड्डा, तू यतन तो कर। सुन के ब्रह्मा चक्रित होवा, चिंता करत कमल दिस जोवा। ये सुन के ब्रह्मा जी बड़े हैरान हुए। इन्ना हैरान होए चिंता दे विच हो के कमल के फुल नूं चंगी तरह ध्यान दे नाल वेखिया। मैं विशाल है अल्प दिसाई, उत्पुज मम किस विद बने आई। कहते ब्रह्मा जी हैरान होंदे, पर लोग हैरान नहीं होंदे। लोगों को कहा जाता कि फुल विचों पैदा होए, लोग मनते। धन गुरु नानक देव सच्चे पातशाह कहते जिहड़ा पैदा होया वो हैरान हो रहा है कि कमल के फुल विचों मैं पैदा हो गया। ये छोटा जिहा नज़र आ रहा है, इहदे विचों मैं किवें पैदा हो गया। बहु चितवत अस हृदय विचारी, हनो लात जे ले सहारी। कहते ब्रह्मा जी विचार विचार के सोच सोच के नाले हैरान हो रहे, नाले चिंता दे विच ने। तो फिर एक विचार की कि इस कमल के फुल नूं एक जोर की लत्त मारना। हुण जिन्हें जन्म दिता है कहते उन्होंने लत्त मारना। तो जानो गो यह मम याद, टूट गयो जब समझो बाद। ते जे लत्त मारन दे नाल फुल ना टूटिया, फिर तो सचमुच मैं समझ जावांगा कि यह फुल ही मेरा आद होएगा, फुल तो मेरी शुरुआत हुई। तो जे टूट गया तो फिर तो केवल बात ही है, फिर तो व्यर्थ की गल है ना। आवाज़ जी आ रही फिर व्यर्थ ही आ रही है। कर विचार तब लात प्रहारी, चलियो न कमल तुतिया तब मारी। कहते ये विचार करके ब्रह्मा जी ने जोर की लत्त मारी कमल के फुल कि हुणे इन्हें टुट जाना। टुटना तो की सी, कहते कमल का फुल जो तू हिलिया भी नहीं। ब्रह्मा जी ने दूजी बारी फिर लत्त मारी। हण तपरियो तिह के मत जाई, गयो नाल मह ठौर न पाई। तो जदों दूजी बारी होर जोर की लत्त मारी तो ऐसी लत्त मारी कि कमल की जी नाड़ी सी ब्रह्मा जी उनके विच डिग पे। तो बस फिर रुकिया ना, जिमें जिमें कोई बोर दे विच डिग जाता है उवें डिग्या तो चले जा रहे। हुण विचार कोई ये भी करे कि ब्रह्मा दी जेडे नाली दे विच गए ने, कमल के फुल की नाली हुंदी कि नहीं, क्योंकि जे तो विचार की जाए जो पैदा कर सकते तो फिर उनके अंदर जा भी सकता है। और गुरु साहब जी उन्होंने बनौत के मुताबिक दसते हैं कि उस कमल के विच फुल के विच जाई जा रहे, रुके ही नहीं गया। ज्यों विशाल गंभीर महकूप रौर पर जाए। कहते ब्रह्मा जी इवें डिगे जिवें डूंगे खूद विच डिगदे ने। खूद विच तो डिग के किते न किते थल्ले टिकाणा मिल जाता है, पर ये डिगी जाते हैं थल्ले जाई जाते हैं, रुके नहीं जाता। त्यों तिस मैं गिर कै गयो थाए न कि तू हम पाए। जिवें पूज डिगी तो इवें डिग तो गया, पर ब्रह्मा जी को थल्ले धरती नहीं मिलती, थां नहीं मिलती। थल्ले दी थल्ले होर थल्ले जाई जा रहा है। चलियो जात चिरकाल बितावा, ठहरन थान कहूँ नह पावा। तो गुरु साहब जी कहते ने मनौत है
ਕਿ ਉਹ ਹੇਠਾਂ ਨੂੰ ਜਾਂਦਾ ਹੀ ਰਿਹਾ। ਸਮਾਂ ਬੀਤ ਗਿਆ, ਹਜ਼ਾਰਾਂ ਮੀਲ, ਲੱਖਾਂ ਮੀਲ, ਕਰੋੜਾਂ ਮੀਲ ਥੱਲੇ ਚਲੇ ਗਿਆ, ਪਰ ਥੱਲੇ ਕਿਤੇ ਥਾਂ ਹੀ ਨਹੀਂ ਮਿਲੀ, ਟਿਕਾਣਾ ਹੀ ਨਹੀਂ ਮਿਲਿਆ ਕਿ ਰੁਕਣਾ ਕਿੱਥੇ ਹੈ। ਕਬ ਸਿਰ ਉੱਪਰ ਕਬ ਹੀ ਨੀਚੇ, ਚੱਲਿਓ ਜਾਤ ਤਿਸ ਨਾਲੀ ਪਿੱਛੇ। ਕਹਿੰਦੇ ਉਸ ਨਾਲੀ ਦੇ ਵਿੱਚ ਬ੍ਰਹਮਾ ਜੀ ਜਾਂਦਾ ਵੀ ਇਸ ਤਰ੍ਹਾਂ ਹੈ, ਕਦੇ ਸਿਰ ਉਤਲੇ ਪਾਸੇ ਹੋ ਜਾਂਦਾ, ਕਦੇ ਥੱਲੇ ਪਾਸੇ, ਬਸ ਚੱਕਰ ਖਾਂਦਾ ਹੋਏ ਥੱਲੇ ਜਾ ਹੀ ਰਿਹਾ। ਬਿਹਬਲ ਹੈਵ ਅਤ ਹੀ ਦੁਖ ਪਾਵਾ, ਉਬਰਨ ਕੋ ਨਹਿ ਪਾਏ ਉਪਾਵਾ। ਕਹਿੰਦੇ ਬ੍ਰਹਮਾ ਜੀ ਥੱਲੇ ਜਾ ਜਾ ਕੇ ਵਿਆਕੁਲ ਹੋ ਗਏ, ਬੜੀ ਦੁਖੀ ਹੋਈ, ਬਾਹਰ ਨਿਕਲਣ ਦਾ ਯਤਨ ਕਰਦੇ ਨੇ ਪਰ ਫੁੱਲ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਂਦਾ। ਆਦ ਮਦ ਅੰਤਹੁ ਸਾਰੇ, ਪ੍ਰਥਮ ਗਰਭ ਤੇ ਬਚਨ ਉਚਾਰੇ। ਕਹਿੰਦੇ ਜਿਹੜੇ ਬ੍ਰਹਮਾ ਜੀ ਪਹਿਲੋਂ ਹੰਕਾਰ ਦੇ ਵਿੱਚ ਆ ਕੇ ਇਹ ਭਜਨ ਕਰ ਰਹੇ ਸਨ ਕਿ ਆਦ ਵੀ ਮੈਂ, ਮੱਧ ਵੀ ਮੈਂ, ਅੰਤ ਵੀ ਮੈਂ ਹੀ ਮੈਂ, ਮੇਰੇ ਤੋਂ ਬਿਨਾਂ ਕੋਈ ਨਹੀਂ। ਹੁਣ ਉਹ ਬ੍ਰਹਮਾ ਜੀ ਦੁਖੀ ਹੋਏ ਫਿਰਦੇ ਨੇ, ਮੈਂ ਬਾਹਰ ਕਿਉਂ ਨਿਕਲਾਂ। ਸੋ ਸਭ ਗਰਭ ਗਇਓ ਤਹਿ ਉਰਤੇ, ਪਾਏ ਸ਼ਰਮ ਜਬ ਗਿਰਗਾ ਤੁਰਤੇ। ਕਹਿੰਦੇ ਉਹ ਬ੍ਰਹਮਾ ਜੀ ਦਾ ਜਿਹੜਾ ਹੰਕਾਰ ਸੀ ਨਾ, ਉਹ ਤੇ ਚੱਕਣਾ ਚੂਰ ਹੋ ਗਿਆ, ਹੰਕਾਰ ਦੇ ਅੰਦਰੋਂ ਜਾਂਦਾ ਰਿਹਾ। ਤੇ ਜਦੋਂ ਤੁਰ ਥੱਲੇ ਜਾ ਕੇ ਡਿੱਗਦਾ ਹੈ, ਪਰ ਥੱਲੇ ਤੁਰ ਲੱਭਦੇ ਨਹੀਂ, ਥੱਲੇ ਜਾਂਦਾ ਜਾਂਦੇ ਥੱਕ ਗਿਆ। ਭਇਓ ਦੁਖਾਤਰ ਰੋਦਨ ਕਰਹਿ, ਉਸਤਤ ਪ੍ਰਭ ਕੇ ਬਹੁਤ ਉਚ ਰਹੇ। ਕਹਿੰਦੇ ਬ੍ਰਹਮਾ ਜੀ ਬੜਾ ਦੁਖੀ ਹੋਇਆ, ਇੰਨਾ ਦੁਖੀ ਹੋਇਆ ਕਿ ਰੋਣ ਹੀ ਲੱਗ ਪਿਆ। ਭਇਓ ਦੁਖਾਤਰ ਰੋਦਨ ਕਰੀ। ਹੁਣ ਬ੍ਰਹਮਾ ਜੀ ਨੂੰ ਲੋਕੀ ਸ੍ਰਿਸ਼ਟੀ ਦਾ ਦਾਤਾ ਮੰਨਦੇ ਨੇ, ਰੱਬ ਮੰਨਦੇ ਨੇ, ਪਰ ਕਹਿੰਦੇ ਉਹ ਰੱਬ ਤੇ ਰੋਣ ਲੱਗ ਪਿਆ। ਔਰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਬੜੀਆਂ ਥਾਵਾਂ 'ਤੇ ਕਹੇ ਨੇ, ਜਿਨ੍ਹਾਂ ਨੂੰ ਲੋਕ ਰੱਬ ਮੰਨਦੇ ਨੇ, ਜਿਨ੍ਹਾਂ ਨੂੰ ਭਗਵਾਨ ਕਹਿੰਦੇ ਨੇ, ਕਹਿੰਦੇ ਸੰਸਾਰ 'ਤੇ ਉਹ ਵੀ ਆਏ, ਦੁੱਖਾਂ ਦੇ ਵਿੱਚ ਰੋਂਦੇ ਹੋਏ ਗਏ। ਔਰ ਸਤਿਗੁਰੂ ਦਾ ਇੱਕ ਪਾਵਨ ਬਚਨ ਹੈ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਏ। ਉੱਥੇ ਰਾਵਣ ਵਰਗਿਆਂ ਨੂੰ ਕਹਿੰਦੇ ਨੇ ਕਿ ਰੋਵੈ ਦਹਿ ਦਿਸ ਲੰਕ ਗਵਾਏ, ਜਿਨ ਸੀਤਾ ਆਉਂਦੀ ਡੋਰੂ ਆਏ। ਤੇ ਅਖੀਰ ਤੇ ਕਹਿੰਦੇ ਨੇ ਬਾਲੀ ਰੋਵੈ ਨਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹਦਾ ਮਤਲਬ ਬ੍ਰਹਮਾ ਜੀ ਵੀ ਸੰਸਾਰੀ ਨੇ, ਸੰਸਾਰ ਨੂੰ ਪੈਦਾ ਕਰਨ ਵਾਲੇ ਨਹੀਂ, ਇਹ ਰੋਂਦੇ ਗਏ ਨੇ। ਕਹਿੰਦੇ ਰੋਂਦੇ ਹੋਏ ਫਿਰ ਰੱਬ ਦੀ ਉਸਤਤ ਕਰਨ ਲੱਗਿਆ ਬ੍ਰਹਮਾ ਜੀ ਕਿ ਹਾਂ ਕੋਈ ਰੱਬ ਹੈ। ਮੈਨੂੰ ਤੇ ਆਪਣਾ ਆਦ ਨਹੀਂ ਲੱਭਿਆ ਕਿ ਮੈਂ ਪੈਦਾ ਕਿੱਥੋਂ ਹੋਇਆ, ਤੇ ਰੱਬ ਦਾ ਆਦ ਕਿੱਥੋਂ ਲੱਭ ਲਵਾਂਗਾ। ਨਮੋ ਨਮੋ ਅਬਨਾਸੀ ਸੁਆਮੀ, ਰੂਪ ਨਾ ਰੇਖ ਨਾ ਅੰਤਰ ਜਾਮੀ। ਕਹਿੰਦੇ ਫਿਰ ਬ੍ਰਹਮਾ ਜੀ ਉਸ ਰੱਬ ਦੇ ਗੁਣ ਗਾਉਣ ਲੱਗੇ ਕਿ ਹੇ ਪਰਮੇਸ਼ਰ ਜੀ, ਤੁਸੀਂ ਨਾ ਸੁਣਨ ਵਾਲੇ, ਨਮੋ ਨਮੋ ਅਬਨਾਸੀ ਸੁਆਮੀ, ਤੁਹਾਨੂੰ ਨਮਸਕਾਰ ਹੈ। ਰੂਪ ਨਾ ਰੇਖ ਨਾ ਅੰਤਰਜਾਮੀ, ਹੇ ਰੱਬ ਜੀ, ਪਰਮੇਸ਼ਰ ਜੀ, ਤੁਸੀਂ ਅੰਤਰਜਾਮੀ ਹੋ, ਤੁਹਾਡਾ ਕੋਈ ਰੂਪ ਨਹੀਂ, ਕੋਈ ਤੁਹਾਡਾ ਰੇਖ ਨਹੀਂ। ਪਾਰ ਬ੍ਰਹਮ ਪਰਮੇਸ਼ਰ ਕਰਤਾ, ਤੁਸੀਂ ਹੀ ਪਾਰ ਬ੍ਰਹਮ ਪਰਮੇਸ਼ਰ ਹੋ, ਤੁਸੀਂ ਕਰਤਾ ਹੋ, ਮੇਰੇ ਕਰਤਾ ਵੀ ਤੁਸੀਂ ਹੀ ਕਰਤਾ ਪੁਰਖ ਹੋ। ਗੰਜਨ ਗਰਭ ਸਗਲ ਦੁੱਖ ਹਰਤਾ, ਤੁਸੀਂ ਹੰਕਾਰ ਦਾ ਨਾਸ਼ ਕਰਨ ਵਾਲੇ ਹੋ, ਤੁਸੀਂ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ। ਸ੍ਰੀ ਅਕਾਲ ਪਿਖ ਦੀਨ ਦਿਆਲਾ, ਕਾੜ ਨਾਲ ਤੇ ਲੀਏ ਤਤਕਾਲਾ। ਕਹਿੰਦੇ ਬ੍ਰਹਮਾ ਜੀ ਨੇ ਜਦੋਂ ਇਸ ਤਰ੍ਹਾਂ ਹਜ਼ਾਰਾਂ ਹੀ ਨਾਮ ਲੈ ਕੇ ਉਸ ਪਰਮੇਸ਼ਰ ਦੀ ਸਿਫਤ ਕੀਤੀ। ਔਰ ਇਹ ਜਿਹੜੇ ਨਾਂ ਕਵਿਰਾਜ ਲੈ ਰਹੇ ਨੇ, ਇਹ ਜਾਪ ਸ਼ਬਦ ਵਿੱਚ ਸਾਰੇ ਨੇ। ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿੰਨ੍ਹ ਨਹੀਂ, ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਕਹਿੰਦੇ ਜਦੋਂ ਬ੍ਰਹਮਾ ਜੀ ਇਸ ਤਰ੍ਹਾਂ ਦੀਨ ਹੋ ਗਏ ਤੇ ਦੀਨਾਂ ਦੇ ਦਿਆਲੂ ਪਰਮੇਸ਼ਰ ਨੂੰ ਦਇਆ ਆਈ ਤੇ ਬ੍ਰਹਮਾ ਜੀ ਨੂੰ ਉਸ ਕਮਲ ਦੇ ਨਾਲ ਦੇ ਵਿੱਚੋਂ ਬਾਹਰ ਕੱਢ ਲਿਆ। ਤਮ ਗੁਬਾਰ ਤੇ ਬਾਹਰ ਆਇਓ, ਬੈਠ ਕਮਲ ਪਰ ਬਹੁ ਸੁਖ ਪਾਇਓ। ਕਹਿੰਦੇ ਉਸ ਨਾਲੀ ਦੇ ਵਿੱਚੋਂ ਕੋਰ ਗੁਬਾਰ ਹਨੇਰੇ ਦੇ ਵਿੱਚੋਂ ਬ੍ਰਹਮਾ ਜੀ ਬਾਹਰ ਆਏ
ਤੇ ਬਾਹਰ ਆ ਕੇ ਫਿਰ ਕਮਲ ਦੇ ਫੁੱਲ ਤੋਂ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਕੇ ਬੜੇ ਖੁਸ਼ ਹੋਏ। ਕਰਨ ਪ੍ਰਸ਼ੰਸਾ ਲੱਗਿਓ ਬਹੋਰੀ, ਬੰਦੇ ਬਾਰ-ਬਾਰ ਕਰ ਜੋਰੀ। ਕਹਿੰਦੇ ਫਿਰ ਬ੍ਰਹਮਾ ਜੀ ਇਹ ਤੇ ਮੰਨ ਕੇ ਕੋਈ ਰੱਬ ਹੈ ਜਿੰਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਜਿਹਨੂੰ ਵੇਖਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ। ਕੋਈ ਰੱਬ ਹੈ ਜਿਹਨੇ ਮੈਨੂੰ ਪੈਦਾ ਕੀਤਾ ਹੈ ਤੇ ਮੇਰੇ ਤੋਂ ਪਹਿਲਾਂ ਜਿਹਨੇ ਕਮਲ ਦੇ ਇਸ ਫੁੱਲ ਨੂੰ ਪੈਦਾ ਕੀਤਾ ਹੈ ਤੇ ਫਿਰ ਕਮਲ ਦਾ ਫੁੱਲ ਜਿੱਥੋਂ ਪੈਦਾ ਹੋਇਆ ਉਹ ਵੀ ਕੋਈ ਨਾ ਕੋਈ ਹੋਵੇਗਾ। ਕੋਈ ਰੱਬ ਹੈ। ਕਹਿੰਦੇ ਇਸ ਤਰ੍ਹਾਂ ਪ੍ਰਸ਼ੰਸਾ ਕਰਨ ਲੱਗੇ, ਬਾਰ-ਬਾਰ ਹੱਥ ਜੋੜ ਕੇ ਬ੍ਰਹਮਾ ਜੀ ਨਮਸਕਾਰ ਕਰਦੇ ਨੇ। ਅਗੰਮ ਅਗੋਚਰ ਅਲਖ ਅਨੰਤਾ, ਅਚੁੱਤ ਅਭੈ ਸ੍ਰੀ ਭਗਵੰਤਾ। ਸਿਫਤ ਕਰਦੇ ਨੇ, ਇਹ ਰੱਬ ਜੀ ਤੁਸੀਂ ਅਗੰਮ ਹੋ। ਅਗੰਮ ਦਾ ਅਰਥ ਜਿੱਥੇ ਗਮਿਆ ਨਾ ਜਾ ਸਕੇ, ਜਿੱਥੋਂ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਤੁਸੀਂ ਅਲੱਗ ਹੋ, ਤੁਹਾਨੂੰ ਵੇਖਿਆ ਨਹੀਂ ਜਾ ਸਕਦਾ। ਤੁਸੀਂ ਅਗੋਚਰ ਹੋ, ਅਨੰਤ ਹੋ, ਅਟਲ ਹੋ, ਨਾ ਨਾਸ ਹੋਣ ਵਾਲੇ ਅਵਿਨਾਸੀ ਹੋ। ਸਤ ਅਰੂਪ ਅਨੂਪ ਅਲੇਖਾ, ਨਿਤਿਆ ਅਭੁੱਤ ਅਛੂਤ ਅਪੇਖਾ। ਔਰ ਇਹ ਜਿਹੜੇ ਬੋਲ ਨੇ ਤਕਰੀਬਨ ਸਾਰੇ ਜਾਪ ਸਭ ਵਾਲੇ ਨੇ ਕਿ ਬ੍ਰਹਮਾ ਜੀ ਉਸ ਰੱਬ ਨੂੰ ਇਸ ਤਰ੍ਹਾਂ ਉਸਤਤ ਕਰਕੇ ਕਹਿੰਦੇ ਨੇ, ਸਤ ਅਰੂਪ ਅਨੂਪ ਅਲੇਖ। ਇਹ ਪਰਮੇਸ਼ਰ ਜੀ ਤੂੰ ਸਤ ਸਰੂਪ ਹੈ, ਤੂੰ ਰੂਪ ਤੋਂ ਰਹਿਤ ਹੈ, ਤੂੰ ਅਨੂਪ ਹੈ, ਤੇਰੀ ਉਪਮਾ ਕਿਸੇ ਦੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਤੂੰ ਅਟਲ ਹੈ, ਤੂੰ ਅਭੂਤ ਹੈ, ਤੂੰ ਅਛੂਤ ਹੈ, ਅਕਰਮ ਅਪਰਮ ਅਦਵੈਤ ਅਨਾਸ਼ਾ। ਤੂੰ ਕਰਮ ਤੋਂ ਰਹਿਤ ਹੈ, ਤੂੰ ਭੇਖ ਤੋਂ ਰਹਿਤ ਹੈ, ਤੂੰ ਭਰਮਾਂ ਤੋਂ ਵੀ ਰਹਿਤ ਹੈ, ਤੂੰ ਦਵੈਤ ਤੋਂ ਵੀ ਰਹਿਤ ਹੈ। ਅਭੈ ਅਨਾਦੇ ਸੁਤੇ ਪ੍ਰਕਾਸ਼ਾ। ਤੂੰ ਭੈ ਤੋਂ ਵੀ ਰਹਿਤ ਹੈ, ਤੂੰ ਅਬਨਾਸ਼ੀ ਹੈ, ਜਿਹਨੂੰ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮੂਲ ਮੰਤਰ ਵਿੱਚ ਕਹਿੰਦੇ ਨੇ ਕਿ ਉਹ ਜਿਹੜਾ ਭੈ ਤੋਂ ਰਹਿਤ ਹੈ, ਅਭੈ ਹੈ। ਤੂੰ ਆਦਿ ਤੋਂ ਵੀ ਰਹਿਤ ਹੈ, ਤੂੰ ਅੰਤ ਤੋਂ ਵੀ ਰਹਿਤ ਹੈ। ਰੇਖ ਨਾ ਰੰਗ ਨਾ ਮੋਹ ਨਾ ਮਾਇਆ। हे ਰੱਬ ਜੀ ਪਰਮੇਸ਼ਰ ਜੀ ਤੁਹਾਡੀ ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਮੋਹ ਨਹੀਂ, ਕੋਈ ਮਾਇਆ ਨਹੀਂ। ਅਜੈ ਅਜਨਮਾ ਅਜਰ ਅਜਾਇਆ। ਅਜੈ ਅਜਨਮਾ, ਅਜੈ ਜਿਹੜਾ ਜਿੱਤਿਆ ਨਾ ਜਾਣ ਵਾਲਾ ਹੈ, ਅਜਿੱਤ ਹੈ। ਅਜਨਮਾ ਰੱਬ ਜੀ ਤੁਹਾਡਾ ਕਿਸੇ ਤੋਂ ਜਨਮ ਨਹੀਂ ਹੋਇਆ, ਤੁਸੀਂ ਜਨਮ ਤੋਂ ਵੀ ਰਹਿਤ ਹੋ। ਅਜਾਇਆ ਤੇ ਨਾ ਹੀ ਤੁਹਾਨੂੰ ਕਿਸੇ ਇਸਤਰੀ ਨੇ ਜਾਇਆ ਹੈ, ਕਿਸੇ ਮਾਂ ਦੇ ਪੇਟ ਤੋਂ ਤੁਸੀਂ ਜਨਮ ਨਹੀਂ ਲਿਆ। ਸਭ ਤੇ ਦੂਰ ਸਭ ਨੀਅਤ ਪਾਸਾ। ਰੱਬ ਜੀ ਤੁਸੀਂ ਸਾਰਿਆਂ ਤੋਂ ਦੂਰ ਹੋ ਤੇ ਸਾਰਿਆਂ ਦੇ ਨਾਲ ਹੋ, ਸਾਰਿਆਂ ਦੇ ਵਿੱਚ ਹੋ। ਸਦਾ ਅਲੇਪ ਸਰਬ ਮੈਂ ਪਾਸਾ। ਸਾਰਿਆਂ ਦੇ ਵਿੱਚ ਵਾਸ ਕਰਕੇ ਵੀ ਸਾਰਿਆਂ ਤੋਂ ਵੱਖਰੇ ਹੋ, ਅਲੇਪ ਹੋ। ਨੇਤ ਨੇਤ ਨਿਤ ਅਪਰੇ ਅਪਾਰਾ। ਸਹਸਰ ਨਾਮ ਅਸ ਬਦਨ ਉਚਾਰਾ। ਰੱਬ ਜੀ ਤੁਸੀਂ ਬੇਅੰਤ ਹੋ, ਬੇਅੰਤ ਹੋ, ਤੁਹਾਡਾ ਕੋਈ ਅੰਤ ਨਹੀਂ, ਤੁਸੀਂ ਅਪਰ ਅਪਾਰ ਹੋ। ਕਹਿੰਦੇ ਇਸ ਤਰ੍ਹਾਂ ਬ੍ਰਹਮਾ ਜੀ ਨੇ ਉਸ ਪਰਿਪੂਰਨ ਪਰਮੇਸ਼ਰ ਦੇ ਆਪਣੇ ਮੁਖ ਤੋਂ ਹਜ਼ਾਰਾਂ ਹੀ ਨਾਵਾਂ ਨੂੰ ਲੈ ਲੈ ਕੇ ਸਿਫਤ ਕੀਤੀ। ਤੇ ਸ਼ਨ ਨਭ ਪਾਣੀ ਪੁਨ ਹੋਏ, ਮੇਘ ਗਰਜ ਮਦਰੇ ਜਿਉ ਸੋਏ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਆਕਾਸ਼ਬਾਣੀ ਹੋਈ। ਇਹ ਆਕਾਸ਼ਬਾਣੀ ਐਸੀ ਹੋਈ ਕਿ ਜਿਵੇਂ ਬਿਜਲੀ ਕੜਕਦੀ ਹੈ, ਐਨ ਕੜਕਵੀਂ ਆਵਾਜ਼ ਦੇ ਵਿੱਚ ਹੈ, ਪਰ ਆਵਾਜ਼ ਬੜੀ ਮਿੱਠੀ ਹੈ। ਬਿਜਲੀ ਤੇ ਤਾਂ ਕੜਕੀ ਔਰ ਬੜੀ ਮਿੱਠੀ ਆਵਾਜ਼ ਦੇ ਵਿੱਚ ਆਕਾਸ਼ਬਾਣੀ ਹੋਈ। ਤਪ ਕਰ ਤਪ ਕਰ ਤਪ ਕਰੋ, ਕਹਿਓ ਬਾਰਿਓ ਤੀਨ। ਕਹਿੰਦੇ ਆਕਾਸ਼ਵਾਣੀ ਹੋਈ, ਬ੍ਰਹਮਾ ਜੀ ਤਪ ਕਰਿਆ ਕਰੋ, ਤਪ ਕਰੋ, ਤਪ ਕਰੋ। ਇਹ 3 ਵਾਰੀ ਬਚਨ ਕਹੇ। ਤਪ ਕਰੋ, ਰੱਬ ਦਾ ਅੰਤ ਨਾ ਪਾਓ। ਨਾਮ ਜਪੋ, ਰੱਬ ਦਾ ਪਰਮੇਸ਼ਰ ਦਾ ਅੰਤ ਨਾ ਪਾਓ। ਇੱਕ ਛੋਟੀ ਜਿਹੀ ਗਾਥਾ ਹੁੰਦੀ ਹੈ
यूनान का एक बड़ा दार्शनिक फकीर होया है। कहते उन्हें देखा सुकरात ना है कि एक छोटा जिहा बालक समुद्र के कंढे ते खड़ा है, उनदे विचों कड़वी भरदा है, उनके हाथ में लोटा है, पानी का लोटा भरदा है, फिर रो पैंदा पानी नूं डोलदा है, दूजी वारी फिर भरदा है तो भरन तो बाद फिर रो पैंदा, फिर पानी डोलदा है। जदों सुकरात ने देखा कि वार वार जदों पानी भरदा उदों रोंदा है, और बच्चे नूं पुछ लिया कि बच्चे तू बार बार पानी भरदा है, तेनू दुख की रोना क्यों है? क्योंकि वो बच्चा है। उन्हें अपने दुख का कारण दस्या कि मैं चाहुंदा जिहड़ा समुंदर है ना, ये सारा समुंदर मेरे इस गड़वे च आ जाए, लोटे च आ जाए। तो सुकरात कहता कि बच्चा तू एक दो लोटे ने लखां करोड़ां लोटिਆਂ ਦੇ ਵਿੱਚੋਂ भर लै, और भावें लखां ही जन्म लैके भरी जा, समुंदर नूं फर्क फिर भी नहीं पैना। ये तेरे लोटे विच नहीं आ सकता, क्योंकि समुंदर है ही इन्हें एडे तो एडे रहना है, तेरा लोटा छोटा जिहा है। हुण सुकरात ने कहा, बच्चा गल नूं समझ गया कि सचमुच इन्हें लोटे विच नहीं आउंदा। उन्हें अपना लोटा जिहड़ा गड़वा सी घुमा के जोर समुंदर दे विच सुੱਟਿਆ ते नाल ही हस पिया। तो जदों खिड़खड़ा के हसा, सुकरात हैरान हो गया। फिर पूछदा कि हद हो गई, हुणे पानी ते इस लोटे करके रो रहा से कि समुंदर इहदे च आउंदा नहीं, गड़वा सुੱਟ के हुण खुश हो गया, हुण खुशी कहती मिलेगी। वो बालक कहता कि एक गल मैनूं समझ आ गई है, ये समुंदर गड़वे दे विच नहीं आउणा, पर गड़वे तो समुंदर विच जा सकती है। बस वो रब नूं पाया जा सकता है, रब का अंत नहीं पाया जा सकता, रब दे विच इस तरह मिलिया जा सकता है जिवें गड़वी समुंदर दे विच चढ़ेगी। पानी दीयां नदियां समुंदर दे विच मिल सकदियां ने, पर समुंदर का अंत नहीं पा सकदियां। जदों इन्नी गल कही, सुकरात जिहड़ा वो रो पिया। हुण उस बच्चे नूं फिर चिंता लग गई कि बाबा हुण तैनूं की हो गया? वो कहता बस तेरी मेरी हालत इक्को सी, तू समुंदर नूं पाउणा चाहुंदा सा, मैं रब नूं पाउणा चाहुंदा सा। अपने इस दिमाग रूपी गड़वे दे विच पढ़ पढ़ के दिमाग के गड़वे च पाई जाना सी कि रब शायद इहदे विच ही पै जाएगा। और ये हकीकत है कि रब इहदे विच नहीं पैना, रब दे विच तू पै सकना है, तू रब का रूप हो सकना है। इत्थे आवाज़ आई कि ब्रह्मा जी उनका अंत ना पा, उनका अंत नहीं पाया जाना, उन्होंने जग रचने की शक्त है वो रचो बहोर प्रवीण। इत्थे भावें लोग कहते हैं कि उन्हें जग की रचना की, पर रचने वाला तो कोई होर है ना, जिन्हें ब्रह्मा नूं रचिया। उदों पहलों कमल नूं रचिया, उदों पहलों विष्णु नूं रचिया, उदों पहलों पानी बनिया, पानी तो पहलों हवा बनी। इहदा मतलब तो रचना करने वाला कोई होर है। और गुरु साहब ने पावन वचन कहे ने, बाणी दे विच बड़ियां थावां ते कह रब दा अंत कोई नहीं पा सकदा अज तक। और गुरु साहब जी कहते हैं ब्रह्मा विष्णु महेश, ये तिन्ने जड़े ने असल में गुरु साहब जी कहते हैं ये तो रोगी ने, इन्होंने होमे का रोग लगे है, ये तो होमे के विचकार कमा रहे हैं। और इतने सतगुरु जी उन्होंने मत मुताबिक समझा रहे हैं कि भाई ब्रह्मा जी ने तो अपना अंत नहीं पाया कि मैं पैदा कितों होया। तुसीं रब के बारे पूछा ना कि रब किड्डा कु है, धन गुरु नानक साहब जी कहते हैं बस एडा है कि जिन्हें अंत कोई भी नहीं पा सकता। बैठ के ओ तब चिरकाला, पाए संत जग रचो विसाला। श्री गुर कहे सुनो हर संत, इस बिद के श्री कमला कंत। धन गुरु नानक देव सच्चे पातशाह कहते ब्रह्मा जी ने फिर तप किया, फिर बंदगी की, पर उस रब का अंत नहीं पा सकिया। धन गुरु नानक साहब जी कहते हैं हे संत जनो संतो,
बस वो जिहड़ा कमला कंत है ना, रब परमेश्वर इस तरह का है। जिह को अंत ना जान्यो रहियो विधाता देख। सतगुरु जी कहते हैं भाई जिस दा अंत नहीं जानिया जा सकता। देखो वो जिन्हों विधाता कहते हैं ब्रह्मा वर्गा, वो थक गया, हार गया, अंत नहीं पा सकिया। हम कल युग के मनुज क्या लग सके जो आलेख। ते सतगुरु जी निमरता विच आके कहते हैं हे संत जनो, असी कल युग के मनुख की चीज़ है, असी रब दा अंत कितों पालांगे। रब दियाँ कथा कहानियाँ कीतियाँ जा सकदियाँ ने, उनके बारे बड़ा कुछ किया जा सकता है, पर बड़ा कुछ कह के भी धन गुरु अर्जन देव सच्चे पातशाह जी अखीर ते कहते हैं कि हे रब जी परमेश्वर जी, तेरा कीता जातू ना, तेरा किया होया कुछ भी नहीं जानिया। इन्ना कुछ लिख के भी, इन्नी सिफत सलाह लिख के भी धन गुरु अर्जन देव जी कहते हैं मैं कुछ भी नहीं जानिया। बस जिन्ना को तू जनाया कृपा की समझ दी, उन्होंने को लिख दिता, उन्हीं को तेरी सिफत कर दी। तेह के संग लगी मम प्रीति, और मैं बस्यो निरंतन नीति। सतगुरु जी कहते हैं वो रब ऐसा है, उनका अंत नहीं पाया जा सकता, पर हाँ उस रब के नाल साडी प्रीत लगी है, मन की प्रीत लगी है, तो निरंतर लगी है, एक खिण भी जी टुटती नहीं। करहे सेव जिह शिव संकादक, नेत नेत नित कह ब्रह्मादक। सतगुरु जी कहते हैं जिंदी सेवा करते हैं शिव संकादक। ये शिव संकादक ब्रह्मा विष्णु महेश, ये सारे जिंदी सेवा दे विच लगे ने। संकादक आदि ये जिहड़े ब्रह्मा जी के पुत्र ने, सेवा दे विच लगे ने, पर सारे गुरु साहब जी कहते हैं नेत नेत नित कहे ब्रह्मादक। ब्रह्मा जी आदक वर्गे सारे केवल नेत नेत ही कहते हैं, नमस्कार ही करते हैं, अंत नहीं पा सकते। प्राण आधार सो किए मन माही, अष्ट पहर में विसरत नाही। सतगुरु कहते हैं उस परमेश्वर को मैं अपने प्राणों का आधार बनाया है, प्राणों के विच वसाया है, मेरे प्राणों का आधार है। अठे पहर वसदा ते एक मिनट भी एक सकिंट भी विसरदा नहीं। वो तो इन्ना को वसिया, गुरु साहब जी कहते हैं आखां जीवा विसरै मर जाओ। वो परमेश्वर का नाम भुलता है तो आत्मिक मौत है, पर गुरु साहब जी सानू नाले भी समझाते हैं, कहना ही औखा है। वाहिगुरु अखर कहने सौखे ने, अखर तो तुसीं 2 घंटे बैठ के भी जप लवांगे, 3 घंटे बैठ के भी जप लवांगे, पर ये मूँह दे नाल बोलने बड़े सौखे ने। पर गुरु साहब जी कहते हैं सचमुच उनका नाम जपना जिहड़ा है ना वो बड़ा होता है। आखां जीवा विसरे मर जाओ, आखण औखा साचा नाम। आपां तो कहांगे कि वाहिगुरु आखना किहड़ा औखा है, पर धन गुरु नानक साहब जी कहते कहना ही औखा है। बस वो किते कहण दी जाच आ जाए, इस वारी बार बार तां कहना है, तां जपना है। सुनत संत चित बहु हरखाने, धन धन पुन धन बखाने। कहते ये सुन के उस संत जन जिहड़े बड़े प्रसन्न हुए, सारे ने सतगुरु धन गुरु नानक साहब जी नूं धन किया। धन हो तुसीं महापुरख हो, मुक्त दान दा बचन तुम्हारे, एक संशय और हमारे। हुण ये संत कहते हैं कि हे सतगुरु जी तुहाडे जिहड़े बचन ने ना वो मुक्ति दाते ने, पर साडे मन में एक शंका हो है, तुसीं मुक्ति दे दाते हो, वो शंका जिहड़ा है वो भी मुक्त करते हो। कौन वसते है लोचन आही, देखे कौन रहत इन माही। ये अखां किहड़ी चीज़ ने, ये अखां कौन वसता है, कौन वसते है लोचन आही। अखां की चीज़ ने, देखे कौन रहत इन माही। अखां दे विचों वेखदा कौन है। हुण अखां दे आपां कहांगे डेले ने,
ਕਈਆਂ ਦੇ ਬਿਲਕੁਲ ਵੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਪਰ ਨਜ਼ਰ ਕੁਝ ਵੀ ਨਹੀਂ ਹੁੰਦਾ। ਤੇ ਡਾਕਟਰ ਕੀ ਕਹਿੰਦੇ ਨੇ, ਪਿੱਛੋਂ ਲਾਈਟ ਚਲੀ ਗਈ, ਪਿੱਛੋਂ ਦਿਸਣਾ ਬੰਦ ਹੋ ਗਿਆ। ਹੁਣ ਇਹ ਸਵਾਲ ਤੋਂ ਉਹ ਹੀ ਜਾਣੇਗਾ ਜਿਹੜਾ ਇਸ ਪਾਸੇ ਕੋਈ ਮਾੜਾ ਮੋਟਾ ਜਾਣਦਾ ਇਸ ਪਾਸੇ ਚੱਲਿਆ। ਹੁਣ ਇਹਨਾਂ ਸੰਤਾਂ ਨੇ ਸਵਾਲ ਕੀਤਾ ਹੈ ਕਿ ਅੱਖਾਂ ਚੀਜ਼ ਕੀ ਨੇ, ਅੱਖਾਂ ਦੇ ਵਿੱਚੋਂ ਵੇਖਦਾ ਕੌਣ ਹੈ, ਉਹ ਵੇਖਣ ਵਾਲੀ ਚੀਜ਼ ਕਿਹੜੀ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਜਿਹੜਾ ਜਵਾਬ ਦੇਣਗੇ ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਕਿਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।